ਅਕਾਲੀ ਦਲ ਦੀ ਸਰਕਾਰ ਦੇ ਮੌਕੇ ਬਹਿਬਲ ਕਲਾਂ ਗੋਲੀ ਕਾਂਡ ਦਾ ਜਿਹੜਾ ਕਾਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਕਈ ਜਿਹੜੇ SIT ਬਣਦੀਆਂ ਹਨ, ਕਮਿਸ਼ਨ ਬਣਦੇ ਹਨ, ਪਰ ਉਸ ਦਾ ਜਿਹੜਾ ਅੱਜ ਵੀ ਸਿੱਟਾ ਉਹ ਬੇਸਿੱਟਾ ਹੀ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਵੱਡੇ ਨੇਤਾ ਨੇ ਜਿਹੜੇ ਉਹ ਕਾਂਗਰਸ ਤੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਖੜੇ ਕਰ ਰਹੇ ਹਨ ਕਿ ਕਮਿਸ਼ਨ ਬਣ ਗਏ ਹਨ, SIT ਬਣ ਗਿਆ ਹਨ, ਉਹਨਾਂ ਦੇ ਜਿਹੜੀ ਰਿਪੋਰਟ ਆ ਜਾਂਚ ਉਹ ਵੀ ਦਿੱਤੀ ਗਈ ਹੈ, ਪਰ ਉਸ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ नहीं किया जा रहा। बीते दिन जेकर गल की जाए तो सुनील जाखड़ वालों भी कहा गया भी इसनों जनतक तौर पर कर देना चाहिए है। जी रिपोर्ट कुंवर विजय प्रताप वालों जारी की गई है वो लोगों के सामने रख देनी चाहिए है। इस तरह ही सिद्धू वालों भी पटियाला दे विच कॉन्फ्रेंस करके कहा गया है, कैप्टन ते कई सवाल खड़े किए गए हैं कि FIR ਉਹਨਾਂ 'ਤੇ ਕਿਉਂ ਨਹੀਂ ਹੋਈ ਜਿਨ੍ਹਾਂ ਦੇ ਨਾਮ ਇਸ ਜਾਂਚ ਦੇ ਵਿੱਚ ਆ ਗਏ ਹਨ। ਇਸੇ ਤਰ੍ਹਾਂ ਹੀ ਸਾਡੇ ਨਾਲ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਵੀ ਸਾਡੇ ਨਾਲ ਮੌਜੂਦ ਨੇ, ਕਾਂਗਰਸ ਦੇ ਵੱਡੇ ਨੇਤਾ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਸਾਰੇ ਮਾਮਲੇ ਨੂੰ ਜਿਸ ਤਰ੍ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਜਿਹੜੀ ਅਪੀਲ ਆ ਉਹ ਖਾਰਜ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹਨ? ਤੁਸੀਂ ਕਿਸ ਤਰ੍ਹਾਂ ਦੇਖਦੇ ਜੀ? ਦੇਖੋ, ਬੇਅਦਬੀ ਦਾ ਮਸਲਾ ਬਹੁਤ ਸੀਰੀਅਸ ਮਸਲਾ ਹੈ ਔਰ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਬੜਾ ਖਮਿਆਜਾ ਭੁਗਤਣਾ ਪਿਆ, ਹਾਰ ਦਾ ਮੂੰਹ ਦੇਖਣਾ ਪਿਆ। ਔਰ ਉਹਨਾਂ ਇਲੈਕਸ਼ਨਾਂ 'ਚ ਅਸੀਂ ਸਾਡੀ ਪਾਰਟੀ ਨੇ ਖਾਸ ਤੌਰ 'ਤੇ ਕੈਪਟਨ ਸਾਹਿਬ ਨੇ ਇਹ ਮੁੱਦਾ ਬਣਾਇਆ ਸੀ, ਜਿੱਥੇ ਦੂਸਰੇ ਮੁੱਦੇ ਸੀਗੇ। ਮਾਈਨਸ ਦਾ ਮਾਫੀਆ ਦੀ ਗੱਲ ਕੀਤੀ ਤੀ, ਡਰੱਗ ਮਾਫੀਏ ਦੀ ਗੱਲ ਕੀਤੀ, ਲੀਕਰ ਮਾਫੀਆ, ਕਈ ਤਰ੍ਹਾਂ ਦੇ ਮਾਫੀਆ ਆਪਰੇਟ ਕਰਦੇ ਤੇ ਪੰਜਾਬ 'ਚ, ਉੱਥੇ ਇਹ ਬੜਾ ਮੁੱਦਾ ਸੀ। ਔਰ ਦਮਦਮਾ ਸਾਹਿਬ ਦੇ ਵਿੱਚ ਪਵਿੱਤਰ ਜਿੱਥੇ ਤਖਤ ਹੈ ਸਾਡਾ, ਉਸ ਤਖਤ ਦੇ ਉੱਤੇ ਇਹਨਾਂ ਨੇ ਸੌਹਾਂ ਖਾਧੀਆਂ ਤੀਆਂ। ਪਰ ਅਫਸੋਸ ਹੈ ਕਿ 4 ਸਾਲ ਹੋ ਗਏ, 4.25 ਸਾਲ ਬੀਤ ਗਏ। ਅਜੇ ਪਹਿਲਾਂ ਜਸਟਿਸ ਜੋਰਾ ਸਿੰਘ ਬਣਾਇਆ ਗਿਆ ਸੀ ਅਕਾਲੀਆਂ ਵੇਲੇ, ਉਹਦੇ ਬਾਅਦ ਇਹ ਕਮਿਸ਼ਨ ਬਣਦੇ ਗਏ, ਫਿਰ SIT ਬਣਾਤੀ। ਹੁਣ ਕਮ ਸੇ ਕਮ ਜੋ ਕੰਮ ਜਿਹੜੇ ਵੀ ਜ਼ਿੰਮੇਵਾਰ ਸ਼ਖਸ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਸਜ਼ਾ ਦੇਣੀ ਚਾਹੀਦੀ ਹੈ। ਲੋਕਾਂ ਨੂੰ ਲਾਰੇ ਨਹੀਂ ਲੋਕ ਚਾਹੁੰਦੇ, ਕਿਉਂਕਿ ਲਾਰੇ ਤਾਂ ਬਹੁਤ ਦੇਖ ਲਏ, 4 ਸਾਲ ਲਾਰਿਆਂ 'ਚ ਕੱਢਤੇ, ਇਸ਼ੂ ਬਹੁਤ ਨੇ। ਇਸ ਕਰਕੇ ਇਹ ਬਹੁਤ ਇੰਨਾ ਸੀਰੀਅਸ ਹੈ, ਉਹਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ। ਇਸ ਲਈ ਲੋਕ ਬਹੁਤ ਇਸ ਲੀਕ 'ਚ ਬੈਠੇ ਤੇ ਕਿ ਹਾਈ ਕੋਰਟ ਠੀਕ ਆ, ਉਹ ਹਾਈ ਕੋਰਟ ਦੇ ਬਾਰੇ ਮੈਂ ਉਹਨਾਂ ਨੇ ਰਿਪੋਰਟ ਖਾਰਜ ਕੀਤੀ ਹੈ, ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪਰ ਸਰਕਾਰ ਦਾ ਜਿਹੜਾ ਫਰਜ਼ ਬਣਦਾ ਹੈ ਉਹਨੂੰ ਸੀਰੀਅਸ ਲੈ ਕੇ ਇਹਨਾਂ ਕੇਸਾਂ ਨੂੰ ਲੜਨਾ ਚਾਹੀਦਾ ਸੀ। ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ, ਕਿਉਂਕਿ ਇਨਕੁਆਰੀ ਕਮਿਸ਼ਨ ਬਣਾਉਣਾ, ਹੋਰ ਇਨਕੁਆਰੀਆਂ SIT ਬਣਾਉਣੀਆਂ, ਇਹ ਤਾਂ ਮੈਂ ਸਮਝਦਾ ਕਿ ਠੰਡੇ ਬਸਤੇ 'ਚ ਪਾਉਣ ਵਾਲਾ ਗੱਲਬਾਤ ਹੁੰਦੀ ਹੈ। ਜਿਸ ਤਰ੍ਹਾਂ ਕਿ ਵੱਡੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦਾ ਨਾਮ ਆਇਆ, ਉਮਰਾ ਨੰਗਲ ਹੋਣੀ ਹੋ ਗਏ, ਸਮੈਤ ਸੈਣੀ ਹੋਣੀ ਹੋ ਗਏ, ਤੁਹਾਨੂੰ ਲੱਗਦਾ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ? ਇਸ ਕਰਕੇ ਕੈਪਟਨ ਵੱਲੋਂ ਜਿਹੜਾ ਉਹਨਾਂ ਨੂੰ ਰਾਹ ਦਿੰਦੇ ਹੋਏ ਇਸ ਦੇ ਕੁਝ ਕੀਤਾ ਜਾ ਰਿਹਾ? ਗੱਲ ਇਹ ਵੀ ਇਸ ਬਾਰੇ ਮੈਂ ਤਾਂ ਇਹ ਕਹਾਂਗਾ ਵੀ ਜੋ ਵੀ ਜ਼ਿੰਮੇਵਾਰ ਹੈ, ਕਿਸੇ ਦਾ ਨਾਮ ਲੈਣਾ ਕੌਣ ਹੈ ਕੀ ਹੈ ਮੈਨੂੰ ਤਾਂ ਪਤਾ ਨਹੀਂ ਹੈ, ਨਾ ਇਹ ਅਜੇ ਤਾਈਂ ਜ਼ਾਹਰ ਹੋਇਆ, ਨਾ ਜੱਜਮੈਂਟ 'ਚ ਆਈ ਹੈ, ਕਿਉਂਕਿ ਜੱਜਮੈਂਟ ਹੀ ਨਹੀਂ ਆਈ ਅਜੇ ਤਾਂ ਹਾਈ ਕੋਰਟ ਦੀ। ਉਹਨਾਂ ਬਾਰੇ ਕਿਸੇ ਦੇ ਨਾਂ ਬਾਰੇ ਕਮੈਂਟ ਕਰਨਾ ਇਹ ਵਾਜਬ ਨਹੀਂ ਹੈ। ਮੈਂ ਤਾਂ ਕਹਾਂਗਾ ਪਰਸਨਲ ਹੈ, ਕਿਉਂਕਿ ਮੈਂ ਤਾਂ ਆਪ ਐਡਵੋਕੇਟ ਹੈ, ਵਕਾਲਤ ਕਰਦਾ ਰਿਹਾ। ਸਵਾਲ ਹੈ ਵੀ ਜਿਹੜੇ ਵੀ ਦੋਸ਼ੀ ਆ, ਸਰਕਾਰ ਨੂੰ ਪਤਾ ਹੁੰਦਾ ਹੈ, ਐਸੀ ਗੱਲ ਨਹੀਂ, ਏਜੰਸੀਆਂ ਨੂੰ ਪਤਾ ਹੁੰਦਾ, ਜਿਹੜੇ ਏਜੰਸੀਆਂ ਦੇ ਥਰੂ ਕੰਮ ਹੋਏ ਨੇ, ਕਿਹੜੇ ਅਫਸਰ ਨੇ, ਕਿਹੜੇ ਪੋਲੀਟੀਸ਼ੀਅਨ ਨੇ, ਕਿਹੜੇ ਲੋਕ ਇਨਵੋਲਵ ਹੈ, ਕੋਈ ਵੀ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਕਰਕੇ ਅੱਗੇ ਅਕਾਲੀ ਦਲ ਨੇ ਫੇਸ ਕੀਤਾ, ਹਾਰ ਦਾ ਮੂੰਹ ਦੇਖਣਾ ਪੈਂਦਾ। ਕਿਤੇ ਜੇ ਸਾਡੀ ਇੱਕ ਪਾਰਟੀ ਇਸੇ ਤਰ੍ਹਾਂ ਲਾਰੇ ਲਾਉਂਦੀ ਰਹੀ, ਸਾਡੀ ਸਰਕਾਰ ਜਿਸ ਤਰ੍ਹਾਂ ਬਾਕੀ ਮੁੱਦੇ ਠੰਡੇ ਬਸਤੇ 'ਚ ਪਏ ਨੇ ਹੈ ਜੀ, ਡਰੱਗ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਆ 9 ਡਿਸਟਿਲਰੀਆਂ ਫੜੀਆਂ ਸ਼ਰਾਬ ਦੀਆਂ, 134 ਬੰਦੇ ਮਰੇ ਹੈ ਜੀ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ। ਸਕਾਲਰਸ਼ਿਪ ਦਾ ਬਹੁਤ ਬੜਾ ਇਸ਼ੂ ਹੈ, 10 ਲੱਖ ਬੱਚਾ ਪਿਛਲੇ 4 ਸਾਲਾਂ 'ਚ ਸ਼ੈਡਿਊਲ ਕਾਸਟ ਜਿਹੜਾ ਹੈ ਪੋਸਟ ਗ੍ਰੈਜੂਏਸ਼ਨ ਜਿਨ੍ਹਾਂ ਨੂੰ ਡਿਗਰੀਆਂ ਮਿਲੀਆਂ, ਡਿਗਰੀਆਂ ਨਹੀਂ ਦਿੱਤੀਆਂ ਕਾਲਜਾਂ ਨੇ, ਉਹ 'ਚ ਬਹੁਤ ਬੜਾ ਸਕੈਂਡਲ ਹੈ। ਉਹਦੀ CBI ਇਨਕੁਆਰੀ ਮੈਂ ਮੰਗਦਾ ਰਿਹਾ, ਉਹ ਨਹੀਂ ਕੀਤੀ।
ਔਰ ਇਨਕੁਆਰੀ ਮੰਗੀ 134 ਬੰਦੇ ਮਰੇ ਨੇ, ਉਹਦੇ 'ਚ 80% ਸ਼ਡਿਊਲ ਕਾਸਟ ਮਰੇ ਨੇ, ਗਰੀਬ ਜੱਟ ਮਰੇ ਹੈ, ਗਰੀਬ ਲੋਕ ਮਰੇ ਨੇ, ਇੱਕ ਵੀ ਬੰਦਾ ਨਹੀਂ ਫੜਿਆ। ਸਰਕਾਰ ਤਾਂ ਪ੍ਰੋਟੈਕਟ ਕਰ ਰਹੀ ਹੈ ਇਹਨਾਂ ਨੂੰ ਜਿਨ੍ਹਾਂ ਦੀਆਂ ਰਜਿਸਟਰੀਆਂ ਅਜੇ ਤੱਕ ਨਾਮਜ਼ਦ ਨਹੀਂ ਕੀਤੇ। ਸਰਕਾਰ ਦਾ ਕੀ ਇੰਟਰਸਟ ਹੈ? ਮੈਂ ਸਮਝਦਾ ਪਟਿਆਲੇ 'ਚ 5 ਫੜੀਆਂ, ਖੰਨੇ 'ਚ ਫੜੀ ਗਈ, ਕਿਹੜੇ ਪੋਲੀਟੀਕਲ ਲੋਕ ਨੇ, ਕਿਹੜੇ ਅਫਸਰ ਹੈ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ, ਲੀਪਾਪੋਚੀ ਕੀਤੀ ਜਾਂਦੀ ਹੈ, ਬਿਆਨਬਾਜ਼ੀ ਜ਼ਰੂਰ ਹੈ। ਔਰ ਜਿਹੜੇ ਚਮਚੇ ਨੇ ਸਾਡੀ ਪਾਰਟੀ ਦੇ ਵਿੱਚ ਜਾਂ ਹੋਰ ਜਿਹੜੇ ਪਨਾਹ ਇਹਨਾਂ ਨੂੰ ਪ੍ਰੋਟੈਕਸ਼ਨ ਕਰਦੇ ਨੇ, ਉਹ ਸਰਕਾਰ ਦੇ ਗੁਣ ਗਾਉਂਦੇ ਆ। ਲੋਕਾਂ ਨੂੰ ਜਾ ਕੇ ਪੁੱਛ, ਲੋਕ ਦੱਸਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੇ ਅਸੀਂ ਗੁਟਕੇ ਚੱਕ ਕੇ ਵਾਅਦੇ ਕੀਤੇ ਸੀ ਉਹ ਕੋਈ ਨਹੀਂ ਪੂਰੇ ਹੋਏ। ਵਾਅਦੇ ਬਹੁਤ ਕੀਤੇ ਨੇ, ਘਰ ਘਰ ਨੌਕਰੀ ਦਾ ਵਾਅਦਾ, ਅਨਐਮਪਲਾਇਮੈਂਟ। ਆ ਪਟਿਆਲੇ ਰੋਜ਼ ਮੋਤੀ ਬਾਗ ਦੇ ਮੂਹਰੇ ਅਧਿਆਪਕ ਕੁੱਟੇ ਜਾਂਦੇ ਨੇ ਵਿਚਾਰੇ, ਮੁਲਾਜ਼ਮ ਕੁੱਟੇ ਜਾਂਦੇ ਨੇ, ਆਂਗਣਵਾੜੀ ਵਾਲੇ ਕੁੱਟੇ ਜਾਂਦੇ ਨੇ, ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ, ਉਹ ਸ਼ਗਨ ਸਕੀਮ ਨਹੀਂ ਕਿਸੇ ਨੂੰ ਦਿੱਤੀ, ਕਰਜ਼ੇ ਮਾਫ ਨਹੀਂ ਕੀਤੇ ਗਰੀਬਾਂ ਦੇ, ਕਈ ਭੁੱਖ ਨਾਲ ਮਰਦੇ ਨੇ, ਗਰੀਬੀ ਨਾਲ ਮਰਦੇ ਨੇ, ਉਹਨਾਂ ਨੂੰ ਕੁਛ ਨਹੀਂ ਮਿਲਦਾ। ਬੇਅਦਬੀ ਦਾ ਵੀ ਇੱਕ ਇਸ਼ੂ ਹੈ, ਬਹੁਤ ਬੜਾ ਇਸ਼ੂ ਹੈ। ਇਸ਼ੂ ਦੂਸਰੇ ਵੀ ਬਹੁਤ ਹੈ ਜਿਹੜੇ ਅਜੇ ਤੱਕ ਪੈਂਡਿੰਗ ਹੈ। 4.5 ਸਾਲ ਹੋ ਗਏ, ਕੋਈ ਬਿਲਕੁਲ ਨਹੀਂ। ਜਿਸ ਤਰ੍ਹਾਂ ਤੁਸੀਂ ਸ਼ਰਾਬ ਦੀ ਗੱਲ ਕਰੀ ਵੀ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਜਿਹੜੀਆਂ ਫੜੀਆਂ ਗਈਆਂ ਨੇ, ਤੁਹਾਨੂੰ ਲੱਗਦਾ ਵੀ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਦਾ ਹੀ ਇਹਨਾਂ ਦੇ ਸਿਰ 'ਤੇ ਹੱਥ ਹੈ? ਨਹੀਂ, ਮੈਂ ਕਹਿੰਦਾ ਚਾਹੇ ਕਾਂਗਰਸੀ ਹੋਣ, ਅਕਾਲੀ ਹੋਣ, ਚਾਹੇ ਆਪ ਵਾਲੇ ਹੋਣ, ਇਸ ਹਮਾਮ 'ਚ ਸਾਰੇ ਵਿੱਚ ਹੀ ਨੇ। ਕਿਉਂਕਿ ਪਾਰਟੀ, ਮੈਂ ਜੋ ਕਹਿ ਸਕਦਾ ਕਿ ਜਿਹੜੇ ਵੀ ਹੈ, ਚਾਹੇ ਉਹ ਰੂਲਿੰਗ ਪਾਰਟੀ ਦੇ ਨੇ, ਚਾਹੇ ਅਕਾਲੀ ਦਲ ਦੇ ਨੇ, ਚਾਹੇ ਕੋਈ ਦੂਸਰੀ ਪਾਰਟੀਆਂ ਦੇ ਲੀਡਰ ਹੈ, ਉਹਨਾਂ ਨੂੰ ਨੰਗਾ ਕਰੇ। ਮੈਂ ਕੈਪਟਨ ਦੀ ਤਾਂ ਵਾਹ ਕਰਨਗੇ ਜੇ ਇਸ ਤਰ੍ਹਾਂ ਦਾ ਕੰਮ ਕਰ ਦੂਗਾ, ਪਰ ਪਤਾ ਨਹੀਂ ਉਹਨਾਂ ਦਾ ਆਪਣਾ ਕੀ ਇੰਟਰਸਟ ਹੈ। ਕਿਉਂਕਿ ਪਟਿਆਲੇ 'ਚ 5 ਡਿਸਟਿਲਰੀਆਂ ਫੜੀਆਂ, ਹੋ ਸਕਦਾ ਹੈ ਕਿ ਬੰਦੇ ਕਿ ਉਹਨਾਂ ਨੂੰ ਬਚਾਉਣ ਲਈ ਉਹ ਕੋਸ਼ਿਸ਼ ਕਰਦਾ। ਆ ਸਾਡੇ ਖੰਨੇ 'ਚ ਹੈ, ਪਤਾ ਨਹੀਂ ਕਿੰਨੇ ਸਾਲ ਤੋਂ ਚੱਲਦੀ ਕਰੋੜਾਂ ਰੁਪਏ ਦਾ ਐਕਸਾਈਜ਼ ਦੀ ਚੋਰੀ ਹੋਈ ਹੈ, ਜ਼ਹਿਰ ਪਿਲਾਈ ਗਈ ਹੈ ਲੋਕਾਂ ਨੂੰ। ਇੱਕ ਪਾਸੇ ਕੈਪਟਨ ਸਾਹਿਬ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਮਰਡਰ ਹੋਏ ਹੈ, ਇਹ ਕਤਲ ਹੋਏ ਨੇ। ਜੇ ਕਤਲ ਹੋਏ ਹੈ, ਇਹ ਡਿਸਟਿਲਰੀਆਂ ਦੇ ਮਾਲਕ ਕਿਹੜੇ ਨੇ ਨੰਗਾ ਕਰਨ, ਲੋਕਾਂ ਦੇ ਸਾਹਮਣੇ ਪਰਦਾ ਨਾ ਪਾਉਣ। ਲੋਕ ਉਹਨਾਂ ਦਾ ਜਵਾਬ ਮੰਗਣਗੇ, ਮੌਕੇ ਸਿਰ ਮੰਗਣਗੇ। ਅਜੇ ਵੀ ਟਾਈਮ ਹੈਗਾ ਕੈਪਟਨ ਸਾਹਿਬ ਲਈ ਕਿ ਗੁਟਕਾ ਸਕਿਆ ਇਹ ਜਿਹੜੇ ਜ਼ਹਿਰ ਪਿਲਾਉਣ ਵਾਲੇ ਨੇ, ਡਿਸਟਿਲਰੀਆਂ ਚਲਾਉਣ ਵਾਲੇ ਨੇ, ਮਾਈਨ ਦਾ ਕੰਮ ਕਰਨ ਵਾਲੇ ਨੇ, ਇਹ ਪ੍ਰਾਪਰਟੀਆਂ ਗਰੈਬ ਕਰਨ ਵਾਲੇ ਨੇ, ਇਹ ਬੇਅਦਬੀ ਕਰਨ ਵਾਲੇ ਨੇ, ਗਰੀਬਾਂ ਦਾ ਖੂਨ ਚੂਸਣ ਵਾਲੇ ਹੈ, ਸ਼ਗਨ ਸਕੀਮਾਂ, ਸਕਾਲਰਸ਼ਿਪ ਖਾਣ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਕਰਕੇ ਸ਼ਡਿਊਲ ਕਾਸਟ ਅਤੇ ਮਾਈਨੋਰਟੀ, ਮੁਸਲਿਮ ਅਤੇ ਕ੍ਰਿਸਚਨਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਾਈ 'ਤੇ ਵਾਂਝੇ ਹੋਏ ਨੇ, ਬਾਲਮੀਕ ਭਰਾਵਾਂ ਦੇ ਬੱਚੇ ਵਾਂਝੇ ਹੋਏ ਨੇ। ਇਸ ਕਰਕੇ ਇਹਨਾਂ ਦਾ ਉਹ ਜਵਾਬ ਮੰਗਣਗੇ, ਉਹ ਸਮਾਂ ਦੱਸੂਗਾ। ਅਜੇ ਵੀ ਟਾਈਮ ਹੈਗਾ, 5-6 ਮਹੀਨੇ ਪਏ ਨੇ। ਕੈਪਟਨ ਸਾਹਿਬ ਨੂੰ ਜਾਗਣਾ ਚਾਹੀਦਾ, ਜਾ ਕੇ ਆਪਣਾ ਐਕਸ਼ਨ ਲਵੇ। ਬਜਟ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਉਹਨਾਂ ਕਹਿਣਾ ਵੀ ਸਾਨੇ ਜਿਹੜੇ 85% ਵਾਅਦੇ ਨੇ ਉਹ ਪੂਰੇ ਕਰ ਦਿੱਤੇ ਨੇ। ਯਾਰ ਕਹਿਣ ਨੂੰ ਕੁਛ ਕਹੀ ਜਾਓ, ਇਹ ਤਾਂ ਲੋਕਲ ਹਕੀਕਤ ਹੈ, ਲੋਕਾਂ 'ਚ ਪਤਾ ਹੈ ਵੀ ਕਿੰਨੇ ਕੁ ਵਾਅਦੇ ਪੂਰੇ ਹੋਏ ਨੇ। ਉਹ ਝੂਠ ਜਿੰਨਾ ਮਰਜ਼ੀ ਬੋਲੀ ਜਾਣ, ਜਾਂ ਉਹਨਾਂ ਦੇ ਚਮਚੇ ਜਿਹੜੇ ਨੇ ਉਹ ਝੂਠ ਬੋਲਦੇ ਨੇ, ਅਸਲੀਅਤ ਵੱਲ ਨਹੀਂ ਜਾਂਦੇ। ਅਸਲੀਅਤ ਤਾਂ ਲੋਕ ਦੱਸਣਗੇ ਜਾਂ ਸਮਾਂ ਆਊਗਾ ਕਨਾ, ਕਿਉਂਕਿ ਉਹ ਸਮਾਂ 'ਤੇ ਹੀ ਦੱਸਦੇ ਨੇ। ਜਿਵੇਂ ਅਕਾਲੀਆਂ ਨੂੰ ਦੱਸਿਆ, ਉਹ ਕੋਲੇ ਸਾਨੂੰ ਦੱਸ ਦੇਣਗੇ। ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਕਾਂਗਰਸ ਦੇ ਵੱਡੇ ਨੇਤਾ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ 85% ਵਾਅਦੇ ਪੂਰੇ ਕਰਨ ਦੀ ਗੱਲ ਤਾਂ ਕਰ ਰਹੀ ਹੈ, ਪਰ ਅਸਲੀਅਤ ਦੇ ਵਿੱਚ ਲੋਕਾਂ ਨੂੰ ਸਭ ਪਤਾ ਹੈ, ਜਿਸ ਦਾ ਖਮਿਆਜਾ ਆਉਣ ਵਾਲੇ ਜਿਹੜੀਆਂ ਚੋਣਾਂ ਨੇ 2022 ਦੀਆਂ, ਉਸ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਆ ਉਹ ਫਿਰ ਬਣ ਸਕੇ। ਫਤਿਹਗੜ੍ਹ ਸਾਹਿਬ ਤੋਂ ਜਗਮੀਤ ਸਿੰਘ, ਪ੍ਰੋ ਪੰਜਾਬ।